बंगाल सने 5 सूबਿਆਂ ਦੇ ਅੱਜ ਆਉਣਗੇ ਨਤੀਜੇ ਥੋੜੀ ਦੇਰ ਦੇ ਵਿੱਚ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ ਨਿਊਜ਼ 18 ਤੇ ਸਭ ਤੋਂ ਪਹਿਲਾਂ ਸਭ ਤੋਂ ਸਟੀਕ ਨਤੀਜੇ ਪੰਜਾਬ ਦੇ ਵਿੱਚ ਕੋਰੋਨਾ ਦੀ ਖਤਰਨਾਕ ਰਫ਼ਤਾਰ 24 ਘੰਟਿਆਂ 'ਚ 7000 ਤੋਂ ਵੱਧ ਕੇਸ ਰਿਪੋਰਟ 138 ਮਰੀਜ਼ਾਂ ਦੀ ਹੋਈ ਮੌਤ ਸਿਹਤ ਮੰਤਰੀ ਨੇ ਪਿੰਡੂ ਇਲਾਕਿਆਂ 'ਚ ਸਕਰੀਨਿੰਗ ਵਧਾਉਣ ਦੇ ਦਿੱਤੇ ਹੁਕਮ हरियाणा ਦੇ ਵਿੱਚ ਵੀ ਕੋਰੋਨਾ ਦਾ ਕਾਤਲਾਨਾ ਕਹਿਰ ਜਾਰੀ 24 ਘੰਟਿਆਂ 'ਚ ਰਿਕਾਰਡ 125 ਲੋਕਾਂ ਦੀ ਮੌਤ 13000 ਤੋਂ ਵੱਧ ਨਵੇਂ ਕੇਸ ਹਿਮਾਚਲ 'ਚ ਵੀ ਸਥਿਤੀ ਖਰਾਬ ਇੱਕ ਦਿਨ 'ਚ 28 ਮੌਤਾਂ 2700 ਨਵੇਂ ਕੇਸ ਹਰਿਆਣਾ 'ਚ ਅੱਜ ਤੋਂ ਸ਼ੁਰੂ ਹੋਵੇਗੀ 18 ਤੋਂ 44 ਸਾਲ ਦੇ ਲੋਕਾਂ ਦੀ ਵੈਕਸੀਨੇਸ਼ਨ ਹਰ ਇੱਕ ਜ਼ਿਲ੍ਹੇ ਦੇ ਵਿੱਚ ਅਧਿਕਾਰਿਕ ਸੈਂਟਰ ਤੇ ਲੱਗੇਗਾ ਟੀਕਾ ਪੰਜਾਬ ਹਿਮਾਚਲ ਤੇ ਚੰਡੀਗੜ੍ਹ ਦੇ ਨੌਜਵਾਨਾਂ ਨੂੰ ਅਜੇ ਵੈਕਸੀਨ ਦੇ ਲਈ ਕਰਨਾ ਹੋਵੇਗਾ ਇੰਤਜ਼ਾਰ पंजाब चंडीगढ़ ते हरियाणा के 9 जिलों के विच वीकेंड लॉकडाउन जारी कल सवेरे 5 बजे तक रहणगियां पाबंदियां प्रशासन के वल्लों नियम तोड़न वालियां खिलाफ की जा रही है सख्त कार्रवाई अंबाला च किसान आगू राकेश टिकैत ते दर्ज हुई FIR बिना इजाजत किसान महापंचायत करन दे लगे इल्जाम टिकैत दा इल्जाम कोरोना दा बहाना बना के अंदोलन खत्म करना चाहुंदी है सरकार कोरोना संकट काल दे विच फौज ने भी संभालिया मोर्चा फौज के 600 रिटायर्ड डॉक्टर ने कोरोना ड्यूटी ते वापस बुलाया रक्षा मंत्री राजनाथ सिंह खुद कर रहे ने नजरसानी ते गुरु तेग बहादुर जी के प्रकाशपुर मौके दरबार साहब दे विच हुई मनमोहक आतिशबाजी संगत ने शरधा भाव दे नाल भरी हाजरी सत श्री अकाल स्वागत है गौरव शुक्ला मैं हाँ तुहाडे नाल अज अहम दिन है 2 मई का दिन एतवार का दिन ते अज नतीजे ऐलाने जाणगे 5 सूबਿਆਂ ਦੇ उस तो ही शुरुआत करन जा रहे हैं काउंटिंग का प्रोसैस शुरू हो चुका है इस समय की वड्डी खबर है ते तुहानूं दस दईए कि थोड़ी देर दे विच रुझान नतीजे आने शुरू हो जाणगे पूरे ਜਿਹੜੇ 5 सूबਿਆਂ ਦੇ नतीजे आने शुरू हो जाणगे इस दे विच पश्चिम बंगाल है सब तो अहम जिथे पूरी ताकत बीजेपी ते दूजे पासे TMC दी सी पूरा मुकाबला उत्थे नजर आ रहा है देखना होएगा कि पश्चिम बंगाल दी जनता ने किस दे हक दे विच अपना फैसला सुनाया उस तो बाद असम होवे नॉर्थ ईस्ट दा स्टेट है तमिलनाडु होवे केरला होवे या पुडुचेरी होवे 5 सूबਿਆਂ ਦੇ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ 8 ਵਜੇ ਦਾ ਸਮਾਂ ਸੀ 8 ਵੱਜ ਚੁੱਕੇ ਨੇ ਤੇ 8 ਵਜੇ ਵੱਜਦੇ ਹੀ ਇਹ ਪੂਰਾ ਪ੍ਰੋਸੈਸ ਸ਼ੁਰੂ ਹੋ ਗਿਆ ਤਾਂ ਦੱਸਦੇ ਹਾਂ ਕਿ ਖਾਸ ਕੀ ਇੱਕ ਪਾਸੇ ਤਾਂ ਜਿਹੜੀ ਸੱਤਾ ਹੈ ਉਸ ਦੇ ਉੱਤੇ ਕਾਬਜ਼ ਹੋਣ ਦੀ ਕੋਸ਼ਿਸ਼ ਹੈ ਸਭ ਦੀ ਜਿਹੜੀਆਂ ਸਿਆਸੀ ਧਿਰਾਂ ਹੈਗੀਆਂ ਨੇ ਤੇ ਦੂਜੇ ਪਾਸੇ ਕੋਰੋਨਾ ਦਾ ਕਾਲ ਵੀ ਹੈ ਤੇ ਇਸ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਅੱਜ ਨਤੀਜਿਆਂ ਦੇ ਐਲਾਨ ਤੋਂ ਬਾਅਦ ਜਿਹੜੇ ਜੇਤੂ ਉਮੀਦਵਾਰ ਨੇ ਜਾਂ ਜੇਤੂ ਪਾਰਟੀਆਂ ਨੇ ਕੋਈ ਜਲੂਸ ਨਹੀਂ ਕੱਢ ਸਕਣਗੀਆਂ ਅੱਜ ਉਹ ਨਹੀਂ ਹੋਏਗਾ ਕਿ ਢੋਲ ਧਮਕੀਆਂ ਦੇ ਨਾਲ ਤੁਸੀਂ ਬਾਹਰ ਨਿਕਲੋ ਖੂਬ ਜਸ਼ਨ ਮਨਾਉਂਦੇ ਆਪਣੀਆਂ ਰੈਲੀਆਂ ਕੱਢੋ ਜਲੂਸ ਕੱਢੋ ਜਾਂ ਫਿਰ ਘਰਾਂ ਤੱਕ ਪਹੁੰਚੋ ਨਤੀਜਿਆਂ ਦੇ ਐਲਾਨ ਤੋਂ ਬਾਅਦ ਜੇਤੂ ਉਮੀਦਵਾਰ ਜਸ਼ਨ ਨਹੀਂ ਮਨਾ ਸਕਣਗੇ ਦਰਅਸਲ ਕੋਰੋਨਾ ਕਰਕੇ ਚੋਣ ਕਮਿਸ਼ਨ ਨੇ ਕਿਸੇ ਵੀ ਤਰ੍ਹਾਂ ਦਾ ਇਕੱਠ ਕਰਨ ਤੇ ਪਾਬੰਦੀ ਲਗਾਈ ਹੋਈ ਹੈ ਤੇ ਇਸ ਵਿਚਾਲੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਕਾਊਂਟਿੰਗ ਸੈਂਟਰਸ ਨੇ ਉੱਥੇ ਜਿਹੜਾ ਉਮੀਦਵਾਰ ਹੈ ਸਿਰਫ 2 ਲੋਕਾਂ ਦੇ ਨਾਲ ਆਪਣੇ 2 ਸਹਿਯੋਗੀਆਂ ਦੇ ਨਾਲ ਉੱਥੇ ਜਾ ਸਕੇਗਾ ਤੇ ਜਿਹੜੇ ਅੰਦਰ ਜਾ ਰਹੇ ਨੇ ਕਾਊਂਟਿੰਗ ਸੈਂਟਰ ਦੇ ਜਿਵੇਂ ਕਿ ਜਿਹੜੇ ਲੋਕ ਉੱਥੇ ਕਾਊਂਟਿੰਗ ਦਾ ਵੀ ਪੂਰਾ ਪ੍ਰੋਸੈਸ ਕਰਨਗੇ ਉਹਨਾਂ ਦੇ ਵੀ RT-PCR ਟੈਸਟ ਹੋਏ ਨੇ ਉਸ ਤੋਂ ਬਾਅਦ ਹੀ ਉਹਨਾਂ ਦੀ ਨੈਗੇਟਿਵ ਰਿਪੋਰਟ ਤੋਂ ਬਾਅਦ ਹੀ ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਮਿਲੀ ਹੈ ਤੇ ਨਤੀਜਿਆਂ ਦੇ ਉੱਤੇ ਲਗਾਤਾਰ ਅਸੀਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਕਿ ਕੀ ਕੁਝ ਪੱਛਮੀ ਬੰਗਾਲ ਦੇ ਵਿੱਚ ਹੋ ਰਿਹਾ ਹੈ ਕੀ ਕੁਝ ਤਮਿਲਨਾਡੂ ਕੇਰਲਾ ਅਸਮ ਜਾਂ ਪੁਡੂਚੇਰੀ ਦੇ ਵਿੱਚ ਹੋ ਰਿਹਾ ਹੈ ਪਰ ਅੱਗੇ ਵਧਦੇ ਹਾਂ ਪੰਜਾਬ ਦੀਆਂ ਖਬਰਾਂ ਵੀ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਨੇ ਤੇ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਦੇ ਵਿੱਚ ਕੋਰੋਨਾ ਦੇ ਅੰਕੜੇ ਕੀ ਕਹਿੰਦੇ ਨੇ ਪਿਛਲੇ 24 ਘੰਟਿਆਂ ਦੇ ਅੰਕੜੇ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਪੰਜਾਬ ਦੇ ਹੈਲਥ ਡਿਪਾਰਟਮੈਂਟ ਦੇ ਵੱਲੋਂ ਤੇ 7000 ਤੋਂ ਜ਼ਿਆਦਾ ਨਵੇਂ ਕੇਸ ਪੰਜਾਬ ਦੇ ਵਿੱਚ ਰਿਪੋਰਟ ਕੀਤੇ ਗਏ ਨੇ ਖਤਰਨਾਕ ਰਫ਼ਤਾਰ ਜਾਰੀ ਹੈ ਕੋਰੋਨਾ ਦੀ ਪੰਜਾਬ ਦੇ ਵਿੱਚ 24 ਘੰਟਿਆਂ 'ਚ 7000 ਤੋਂ ਵੱਧ ਨਵੇਂ ਕੇਸ ਰਿਪੋਰਟ ਕੀਤੇ ਗਏ ਨੇ ਲੁਧਿਆਣੇ ਸਭ ਤੋਂ ਜ਼ਿਆਦਾ 1600 ਨਵੇਂ ਮਾਮਲੇ ਰਿਪੋਰਟ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਸੂਬੇ ਦੇ ਵਿੱਚ ਇੱਕ ਦਿਨ ਦੇ ਵਿੱਚ 138 ਮਰੀਜ਼ਾਂ ਦੀ ਮੌਤ ਵੀ ਹੋਈ ਹੈ ਤੇ ਬਠਿੰਡਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ ਜਿੱਥੇ 22 ਲੋਕਾਂ ਦੀ ਮੌਤ ਹੋਈ ਹੈ ਹੁਣ ਗ੍ਰਾਫਿਕਸ ਦੇ ਜ਼ਰੀਏ ਪੂਰੀ ਸਥਿਤੀ ਵੀ ਸਮਝਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਹਾਲਾਤ ਬਣੇ ਹੋਏ ਨੇ ਤਾਂ ਸਭ ਤੋਂ ਪਹਿਲਾਂ ਅੰਕੜਾ ਦੇਖੋ ਪਿਛਲੇ 24 ਘੰਟਿਆਂ ਦਾ ਪੰਜਾਬ ਦੇ ਵਿੱਚ ਕੀ ਹੈ 7041 ਨਵੇਂ ਕੇਸ ਪੰਜਾਬ ਦੇ ਵਿੱਚ ਰਿਪੋਰਟ ਕੀਤੇ ਗਏ ਨੇ ਮੌਤਾਂ ਦਾ ਅੰਕੜਾ 138 ਤੱਕ ਪਹੁੰਚ ਗਿਆ 138 ਲੋਕਾਂ ਦੀ ਮੌਤ ਇੱਕ ਦਿਨ ਦੇ ਵਿੱਚ ਕੋਰੋਨਾ ਦੀ ਵਜ੍ਹਾ ਦੇ ਨਾਲ ਹੋਈ ਹੈ ਪੂਰੇ ਪੰਜਾਬ 'ਚ ਜਦਕਿ 4448 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ ਇਸ ਤੋਂ ਬਾਅਦ ਅੱਗੇ ਵਧਦੇ ਹਾਂ ਤੇ ਗੱਲ ਕਰਾਂਗੇ ਜਿਹੜੇ ਹੌਟਸਪੌਟ ਜ਼ਿਲ੍ਹੇ ਨੇ ਉੱਥੇ ਕੀ ਹਾਲ ਹੈ ਉੱਥੇ 24 ਘੰਟਿਆਂ ਦਾ ਹਾਲ ਤੁਹਾਨੂੰ ਦੱਸਦੇ ਹਾਂ ਕਿ ਇਹ 6 ਜ਼ਿਲ੍ਹੇ ਜਿਹੜੇ ਸਭ ਤੋਂ ਜ਼ਿਆਦਾ
ਪ੍ਰਭਾਵਿਤ ਨੇ ਇਸ ਸਮੇਂ ਉਹ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਲੁਧਿਆਣਾ, ਮੋਹਾਲੀ, ਬਠਿੰਡਾ, ਜਲੰਧਰ, ਪਟਿਆਲਾ ਤੇ ਅੰਮ੍ਰਿਤਸਰ। ਲੁਧਿਆਣਾ ਇਸ ਸਮੇਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚੋਂ ਇੱਕ ਹੈ, ਕਿਉਂਕਿ ਪਿਛਲੇ 24 ਘੰਟਿਆਂ 'ਚ 1600 ਯਾਨੀ ਕਿ ਪੰਜਾਬ 'ਚ ਸਭ ਤੋਂ ਜ਼ਿਆਦਾ ਕੇਸ ਲੁਧਿਆਣਾ 'ਚ ਰਿਪੋਰਟ ਹੋਏ ਨੇ। ਆਬਾਦੀ ਦੇ ਪੱਖੋਂ ਵੀ ਲੁਧਿਆਣਾ ਬਹੁਤ ਪੋਪੂਲੇਟਡ ਹੈਗਾ, ਸਾਨੂੰ ਸਾਰਿਆਂ ਨੂੰ ਪਤਾ ਹੈ। ਤੇ ਇਸ ਵਿਚਾਲੇ 1600 ਨਵੇਂ ਕੇਸ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਰਿਪੋਰਟ ਕੀਤੇ ਗਏ ਨੇ। ਇਹ ਪੂਰੇ ਜ਼ਿਲ੍ਹੇ ਦੇ ਨੇ, ਸਿਰਫ ਲੁਧਿਆਣਾ ਸ਼ਹਿਰ ਨਹੀਂ ਹੈ ਬਲਕਿ ਪੂਰਾ ਜ਼ਿਲ੍ਹਾ, ਚਾਹੇ ਖੰਨਾ ਵਿੱਚ ਆਉਂਦਾ ਹੋਵੇ ਜਾਂ ਕੋਈ ਹੋਰ ਜਿਹੜੇ ਛੋਟੇ ਕਸਬੇ ਜਾਂ ਪਿੰਡ ਨੇ ਉਹ ਵੀ ਨਜ਼ਰ ਆਉਂਦੇ ਨੇ। ਉਹ ਵੀ ਸਾਰੇ ਮਿਲਾ ਕੇ 1600 ਨਵੇਂ ਕੇਸਿਸ ਲੁਧਿਆਣਾ ਜ਼ਿਲ੍ਹੇ 'ਚ ਰਿਪੋਰਟ ਕੀਤੇ ਗਏ ਨੇ। ਮੋਹਾਲੀ 'ਚ 936, ਬਠਿੰਡਾ 'ਚ 653, ਜਲੰਧਰ 'ਚ 566, ਪਟਿਆਲਾ 'ਚ 562, ਅੰਮ੍ਰਿਤਸਰ 'ਚ 229। ਇਹ ਪੂਰਾ ਅੰਕੜਾ ਹੈ 24 ਘੰਟਿਆਂ ਦਾ ਜਿਹੜੇ ਨਵੇਂ ਕੇਸ ਰਿਪੋਰਟ ਹੋਏ ਨੇ। ਉਸ ਤੋਂ ਬਾਅਦ ਅਸੀਂ ਤੁਹਾਨੂੰ 5-6 ਜਿਹੜੇ ਜ਼ਿਲ੍ਹੇ ਨੇ ਉੱਥੇ ਵੀ ਦੱਸਦੇ ਹਾਂ ਕਿ ਮੌਤਾਂ ਪਿਛਲੇ 24 ਘੰਟਿਆਂ 'ਚ ਕਿੰਨੀਆਂ ਹੋਈਆਂ ਨੇ। ਉਹ ਵੀ ਅੰਕੜਾ ਤੁਹਾਡੀ ਟੀਵੀ ਸਕਰੀਨ ਦੇ ਉੱਤੇ, ਅਗਲਾ ਗ੍ਰਾਫਿਕ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਆ ਗਿਆ। ਪੰਜਾਬ ਦੇ ਵਿੱਚ ਹੌਟਸਪੌਟ ਜ਼ਿਲ੍ਹਿਆਂ ਦਾ ਹਾਲ ਕੀ ਹੈ ਉਹ ਤੁਹਾਨੂੰ ਦੱਸ ਰਹੇ ਹਾਂ। 24 ਘੰਟਿਆਂ ਦੇ ਵਿੱਚ ਮੌਤਾਂ ਦੇ ਅੰਕੜੇ ਕੀ ਕਹਿੰਦੇ ਨੇ। ਬਠਿੰਡਾ ਦੇ ਵਿੱਚ ਸਭ ਤੋਂ ਜ਼ਿਆਦਾ 22 ਲੋਕਾਂ ਦੀ ਮੌਤ ਪਿਛਲੇ 24 ਘੰਟਿਆਂ ਦੇ ਵਿੱਚ ਕੋਰੋਨਾ ਦੀ ਵਜ੍ਹਾ ਦੇ ਨਾਲ ਹੋਈ ਹੈ। ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ, ਲੁਧਿਆਣਾ 'ਚ 18 ਲੋਕਾਂ ਦੀ ਮੌਤ, ਪਟਿਆਲਾ 'ਚ 12, ਗੁਰਦਾਸਪੁਰ 'ਚ 12, ਸੰਗਰੂਰ ਦੇ ਵਿੱਚ 10, ਅੰਮ੍ਰਿਤਸਰ ਦੇ ਵਿੱਚ 8 ਲੋਕਾਂ ਦੀ ਮੌਤ ਕੋਰੋਨਾ ਦੀ ਵਜ੍ਹਾ ਦੇ ਨਾਲ ਹੋਈ ਹੈ। ਤਾਂ ਇਹ ਗਿਣਤੀ ਲਗਾਤਾਰ ਵੱਧਦੀ ਹੋਈ। ਲੁਧਿਆਣਾ ਤੇ ਬਠਿੰਡਾ ਸਭ ਤੋਂ ਜ਼ਿਆਦਾ ਮੌਤਾਂ ਦੇ ਲਿਹਾਜ਼ ਦੇ ਨਾਲ ਪ੍ਰਭਾਵਿਤ ਜ਼ਿਲ੍ਹੇ ਨੇ। ਹੁਣ ਅੱਗੇ ਵਧਦੇ ਹਾਂ ਤੇ ਤੁਹਾਨੂੰ ਅੰਕੜਾ ਦਿਖਾਉਂਦੇ ਹਾਂ ਕਿ ਇਸ ਸਮੇਂ ਪੰਜਾਬ ਦੇ ਵਿੱਚ ਜਿਹੜੇ ਨਵੇਂ ਕੇਸਿਸ ਰਿਪੋਰਟ ਕੀਤੇ ਜਾ ਰਹੇ ਨੇ ਉਹ ਕਿਸ ਸਪੀਡ ਦੇ ਨਾਲ ਨਵੇਂ ਕੇਸਿਸ ਆ ਰਹੇ ਨੇ। ਪਿਛਲੇ 5 ਦਿਨ ਦਾ ਅੰਕੜਾ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਅਸੀਂ ਰੱਖਣ ਜਾ ਰਹੇ ਹਾਂ। 27, 28, 29 ਯਾਨੀ 27 ਅਪ੍ਰੈਲ, 28 ਅਪ੍ਰੈਲ, 29 ਅਪ੍ਰੈਲ, 30 ਅਪ੍ਰੈਲ ਤੇ 1 ਮਈ। ਇਹ 5 ਦਿਨ ਦਾ ਅੰਕੜਾ ਹੈ। 1 ਮਈ ਇਸ ਕਰਕੇ ਹੈ ਕਿਉਂਕਿ ਜਿਹੜੇ 1 ਮਈ ਸ਼ਾਮ ਨੂੰ ਅੰਕੜੇ ਦਿੱਤੇ ਗਏ ਨੇ, ਕਰੀਬ 8-9 ਵਜੇ ਦੇ ਕਰੀਬ ਡਿਪਾਰਟਮੈਂਟ ਦੇ ਵੱਲੋਂ, ਹੈਲਥ ਡਿਪਾਰਟਮੈਂਟ ਦੇ ਵੱਲੋਂ ਇਹ ਅੰਕੜੇ ਜਾਰੀ ਕੀਤੇ ਜਾਂਦੇ ਨੇ। ਖੈਰ 5 ਦਿਨ ਦਾ ਅੰਕੜਾ ਦੇਖੋ, 27 ਅਪ੍ਰੈਲ ਨੂੰ ਇਹ 5932 ਸੀ, 28 ਨੂੰ 6472, 29 ਤਰੀਕ ਨੂੰ 6812, 30 ਅਪ੍ਰੈਲ ਨੂੰ 6132 ਤੇ 1 ਮਈ ਨੂੰ 7041 ਨਵੇਂ ਕੇਸ ਰਿਪੋਰਟ ਕੀਤੇ ਗਏ ਨੇ। ਪੂਰੇ ਪੰਜਾਬ ਦਾ ਅੰਕੜਾ ਹੈ। 1 ਮਈ ਨੂੰ ਅੰਕੜੇ ਤੁਸੀਂ ਦੇਖੋ 7000 ਦੇ ਕਰੀਬ ਕੇਸਿਸ ਆ ਗਏ ਨੇ। ਇਸ ਦੇ ਨਾਲ ਹੀ ਤੁਹਾਨੂੰ ਦਿਖਾਉਂਦੇ ਆ ਕਿ ਮੌਤਾਂ ਦਾ ਅੰਕੜਾ ਕਿੱਥੇ ਤੱਕ ਪਹੁੰਚਿਆ। ਪੰਜਾਬ ਦੇ ਵਿੱਚ 28 ਅਪ੍ਰੈਲ ਦਾ ਜਿਹੜਾ ਦਿਨ ਸੀ ਉੱਥੇ ਸਭ ਤੋਂ ਜ਼ਿਆਦਾ ਮੌਤਾਂ ਦੀ ਗਿਣਤੀ ਰਿਪੋਰਟ ਕੀਤੀ ਗਈ ਸੀ, 142 ਪੂਰੇ ਪੰਜਾਬ ਦੇ ਵਿੱਚ। 27 ਅਪ੍ਰੈਲ ਨੂੰ 100 ਲੋਕਾਂ ਦੀ ਮੌਤ ਹੋਈ, 28 ਨੂੰ 142, 29 ਨੂੰ 138, 30 ਅਪ੍ਰੈਲ ਨੂੰ 114, 1 ਮਈ ਨੂੰ 138 ਲੋਕਾਂ ਦੀ ਜਾਨ ਗਈ ਹੈ। 1 ਮਈ ਦਾ ਅਸੀਂ ਅੰਕੜਾ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਤਾਂ 138 ਲੋਕਾਂ ਦੀ ਜਾਨ ਗਈ ਹੈ। ਉਸ ਤੋਂ ਬਾਅਦ ਹੁਣ ਹਰਿਆਣਾ ਦਾ ਵੀ ਅੰਕੜਾ ਤੁਹਾਡੇ ਸਾਹਮਣੇ ਰੱਖ ਦਿੰਦੇ ਹਾਂ। ਪੰਜਾਬ ਦਾ ਪੂਰੀ ਡਿਟੇਲ ਦੇ ਨਾਲ ਅਸੀਂ ਕੋਸ਼ਿਸ਼ ਕੀਤੀ ਕਿ ਤੁਹਾਡੇ ਤੱਕ ਤੁਹਾਡੇ ਜ਼ਿਲ੍ਹੇ ਦਾ ਹਾਲ ਪਹੁੰਚਾ ਸਕੀਏ। ਉਸ ਤੋਂ ਬਾਅਦ ਹਰਿਆਣਾ ਦੇ ਵਿੱਚ ਸਥਿਤੀ ਵੀ ਚਿੰਤਾਜਨਕ ਹੈ ਕਿਉਂਕਿ ਹਰਿਆਣਾ 'ਚ ਤਾਂ ਕੇਸਿਸ 13,000 13,500 ਨੂੰ ਪਾਰ ਕਰ ਗਏ ਨੇ। ਹਰਿਆਣਾ ਵਾਲਾ ਅੰਕੜਾ ਵੀ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਪਿਛਲੇ 24 ਘੰਟਿਆਂ 'ਚ ਹਰਿਆਣਾ 'ਚ ਨਵੇਂ ਕੇਸਿਸ 13,588 ਰਿਪੋਰਟ ਕੀਤੇ ਗਏ ਨੇ, ਜਦਕਿ ਮੌਤਾਂ 125 ਲੋਕਾਂ ਦੀਆਂ ਹੋਈਆਂ ਨੇ ਕੋਰੋਨਾ ਦੀ ਵਜ੍ਹਾ ਨਾਲ। ਜਿਨ੍ਹਾਂ ਦੀ ਰਿਪੋਰਟ ਕੋਰੋਨਾ ਪੋਜ਼ਿਟਿਵ ਆਈ ਸੀ ਉਹਨਾਂ ਨੂੰ ਕੁਝ ਹੋਰ ਦਿੱਕਤ ਵੀ ਸੀ, ਇਹ ਵੀ ਜ਼ਿਆਦਾਤਰ ਕੇਸਿਸ ਦੇ ਵਿੱਚ ਆਉਂਦਾ ਹੈ। ਪਰ ਦੂਜੀ ਵੇਵ ਦੇ ਵਿੱਚ ਉਹ ਲੋਕ ਜ਼ਿਆਦਾ ਪ੍ਰਭਾਵਿਤ ਹੋਏ ਨੇ ਜਿਹੜੇ ਹੋਰ ਕਿਸੇ ਚੀਜ਼ ਤੋਂ ਪ੍ਰਭਾਵਿਤ ਨਹੀਂ ਸੀ, ਯਾਨੀ ਕਿ ਕੋਈ ਹੋਰ ਬਿਮਾਰੀ ਨਹੀਂ ਸੀ, ਉਹਨਾਂ ਦੀ ਵੀ ਮੌਤਾਂ ਹੋਈਆਂ ਨੇ। 8509 ਲੋਕ ਠੀਕ ਵੀ ਹੋਏ ਨੇ। 8500 ਤੋਂ ਜ਼ਿਆਦਾ ਲੋਕਾਂ ਦੀ ਰਿਕਵਰੀ ਵੀ ਹਰਿਆਣਾ ਦੇ ਵਿੱਚ ਹੈਗੀ ਹੈ। ਹਿਮਾਚਲ ਦਾ ਵੀ ਕੋਰੋਨਾ ਅਪਡੇਟ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਹਰਿਆਣਾ ਤੋਂ ਬਾਅਦ ਹਿਮਾਚਲ ਦਾ ਰੁਖ ਕਰ ਲੈਂਦੇ ਹਾਂ। ਨਵੇਂ ਕੇਸ ਹਿਮਾਚਲ ਦੇ ਵਿੱਚ 2700 ਤੋਂ ਜ਼ਿਆਦਾ ਨੇ। 2751 ਨਵੇਂ ਕੇਸ ਰਿਪੋਰਟ ਕੀਤੇ ਗਏ ਨੇ। 28 ਲੋਕਾਂ ਦੀ ਮੌਤ ਹੋਈ ਹੈ, ਜਦਕਿ 1220 ਨਵੇਂ ਕੇਸ ਮਾਫੀ ਚਾਹੂੰਗਾ ਜਿਹੜੇ ਠੀਕ ਹੋਏ ਨੇ, ਜਿਹੜੀ ਰਿਕਵਰੀ ਹੈ 1220 ਕੇਸਿਸ ਦੀ। ਤੇ ਹਿਮਾਚਲ ਪ੍ਰਦੇਸ਼ ਦਾ ਵੀ ਅੰਕੜਾ ਹੈਗਾ ਹੈ। ਇਹ ਵੀ ਦੱਸਣਾ ਜ਼ਰੂਰੀ ਹੈ ਕਿ ਲੋਕ ਕਿੰਨੇ ਠੀਕ ਹੋ ਰਹੇ ਨੇ, ਕਿਉਂਕਿ ਕਈ ਵਾਰ ਨਵੇਂ ਕੇਸਿਸ ਦੇ ਨਾਲ ਪੈਨਿਕ ਜ਼ਿਆਦਾ, ਜਿਹੜਾ ਤਣਾਅ ਦਾ ਮਾਹੌਲ ਕ੍ਰੀਏਟ ਹੋ ਜਾਂਦਾ ਹੈ। ਪਰ ਇਸ ਵਿਚਾਲੇ ਜ਼ਰੂਰਤ ਹੁੰਦੀ ਹੈ ਕਿ ਜਿਹੜੇ ਲੋਕ ਰਿਕਵਰ ਹੋ ਰਹੇ ਨੇ ਉਹਨਾਂ ਦੀ ਗਿਣਤੀ ਵੀ ਦੱਸੀ, ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਹੈਗੇ ਨੇ। ਖੈਰ ਉਸ ਤੋਂ ਬਾਅਦ ਚੰਡੀਗੜ੍ਹ ਦਾ ਰੁਖ ਕਰ ਲੈਂਦੇ ਹਾਂ। ਚੰਡੀਗੜ੍ਹ ਦੇ ਵਿੱਚ ਵੀਕਐਂਡ ਲਾਕਡਾਊਨ ਲੱਗਿਆ ਹੋਇਆ ਤੇ ਇਸ ਵਿਚਾਲੇ ਅੰਕੜੇ ਚੰਡੀਗੜ੍ਹ ਦੇ ਵਿੱਚ ਵੀ ਜ਼ਿਆਦਾ ਹੈਗੇ ਨੇ, ਬਹੁਤ ਜ਼ਿਆਦਾ ਕੇਸਿਸ ਸਾਹਮਣੇ ਆ ਰਹੇ ਨੇ। 799 ਕੇਸਿਸ ਰਿਪੋਰਟ ਕੀਤੇ ਗਏ ਨੇ। ਪਿਛਲੇ 24 ਘੰਟਿਆਂ 'ਚ 11 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 472 ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਅਸੀਂ ਗੱਲ ਕਰੀਏ ਚੰਡੀਗੜ੍ਹ ਦੀ, ਪੂਰਾ ਚੰਡੀਗੜ੍ਹ ਦਾ ਹਾਲ ਅਸੀਂ ਤੁਹਾਨੂੰ ਦਿਖਾਇਆ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਹੁਣ ਅੱਗੇ ਵਧਦੇ ਹਾਂ ਤੇ ਗੱਲ ਵੀਕਐਂਡ ਲਾਕਡਾਊਨ ਦੀ। ਪੰਜਾਬ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਹਰਿਆਣਾ ਦੇ 9 ਜ਼ਿਲ੍ਹਿਆਂ ਦੇ ਵਿੱਚ ਵੀਕਐਂਡ ਲਾਕਡਾਊਨ ਲੱਗਿਆ ਹੋਇਆ ਹੈ। ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਜਿਹੜਾ ਵੀਕਐਂਡ ਲਾਕਡਾਊਨ ਸ਼ੁਰੂ ਹੋਇਆ ਸੀ ਉਹ ਸ਼ਨੀਵਾਰ ਜਾਰੀ ਰਿਹਾ। ਅੱਜ ਐਤਵਾਰ ਦਾ ਦਿਨ ਵੀ ਉਹ ਪੂਰਾ ਦਿਨ ਜਾਰੀ ਰਹੇਗਾ। ਕੱਲ ਸਵੇਰੇ ਕਿ ਸੋਮਵਾਰ ਸਵੇਰੇ 5 ਵਜੇ ਤੱਕ ਜਿਹੜਾ ਵੀਕਐਂਡ ਲਾਕਡਾਊਨ ਹੈ, ਕਰਫਿਊ ਵਾਲੀ ਸਥਿਤੀ ਪੂਰੇ ਪੰਜਾਬ ਦੇ ਵਿੱਚ ਹੈਗੀ ਹੈ। ਜਿਹੜੇ ਲੋਕ ਬਿਨਾਂ ਵਜ੍ਹਾ ਤੋਂ ਬਾਹਰ ਨਿਕਲ ਰਹੇ ਨੇ ਉਹਨਾਂ ਦੇ ਉੱਤੇ ਸਖਤੀ ਵੀ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ।
ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਭ ਕੁਝ ਬੰਦ ਹੈ। ਨਿਯਮ ਤੋੜਨ ਵਾਲਿਆਂ ਦੇ ਖਿਲਾਫ ਸਖਤੀ ਵੀ ਕੀਤੀ ਜਾ ਰਹੀ ਹੈ। ਕੁਝ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਹਾਂ ਵੱਖ-ਵੱਖ ਥਾਵਾਂ ਦੀਆਂ। ਪਹਿਲਾਂ 3 ਤਸਵੀਰਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ ਲਾਕਡਾਊਨ ਦਾ ਅਸਰ ਨਜ਼ਰ ਆ ਰਿਹਾ ਹੈ। ਉਹ ਚਾਹੇ ਚੰਡੀਗੜ੍ਹ ਹੋਵੇ, ਪੰਜਾਬ ਦਾ ਵੱਖ-ਵੱਖ ਹਿੱਸੇ ਹੋਣ ਜਾਂ ਫਿਰ ਹਰਿਆਣਾ ਦੇ 9 ਜ਼ਿਲ੍ਹੇ ਹੋਣ। ਹਰਿਆਣਾ ਪੂਰੇ ਦੇ ਵਿੱਚ ਵੀਕਐਂਡ ਲਾਕਡਾਊਨ ਨਹੀਂ ਹੈ, 9 ਜ਼ਿਲ੍ਹੇ ਨੇ ਜਿੱਥੇ ਵੀਕਐਂਡ ਲਾਕਡਾਊਨ ਹੈਗਾ। ਕੱਲ ਸਵੇਰੇ 5 ਵਜੇ ਤੱਕ ਵੀਕਐਂਡ ਲਾਕਡਾਊਨ ਹਰਿਆਣਾ ਦੇ 9 ਜ਼ਿਲ੍ਹਿਆਂ ਦੇ ਵਿੱਚ, ਪੰਜਾਬ ਦੇ ਵਿੱਚ, ਤੇ ਜਿਹੜਾ ਚੰਡੀਗੜ੍ਹ ਹੈ ਉੱਥੇ ਵੀ ਵੀਕਐਂਡ ਲਾਕਡਾਊਨ ਰਹੇਗਾ। 3 ਤਸਵੀਰਾਂ ਤੁਹਾਡੇ ਸਾਹਮਣੇ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਦੀਆਂ। ਇਸ ਤੋਂ ਬਾਅਦ ਅਸੀਂ ਤੁਹਾਨੂੰ 8 ਤਸਵੀਰਾਂ ਵੀ ਦਿਖਾ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਤੁਸੀਂ ਆਪਣੇ ਘਰਾਂ ਤੋਂ ਬਾਹਰ ਨਾ ਨਿਕਲੋ, ਕਿਉਂਕਿ ਜੇਕਰ ਜ਼ਰੂਰੀ ਨਹੀਂ ਤਾਂ ਨਾ ਨਿਕਲੋ। ਤੁਹਾਡੇ ਲਈ ਜ਼ਰੂਰੀ ਹੈ, ਸਾਰੇ ਸਮਾਜ ਦੇ ਲਈ, ਪੰਜਾਬ ਦੇ ਲਈ, ਹਰਿਆਣਾ ਦੇ ਲਈ, ਪੂਰੇ ਦੇਸ਼ ਦੇ ਲਈ ਜ਼ਰੂਰੀ ਹੈ ਕਿ ਅਸੀਂ ਬਿਨਾਂ ਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲੀਏ। ਤੇ 8 ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਤੁਹਾਡੇ ਘਰ ਦੇ ਬਾਹਰ ਦਾ ਹਾਲ, ਤੁਹਾਡੇ ਸ਼ਹਿਰ ਦਾ, ਸੂਬੇ ਦਾ ਹਾਲ, ਦੇਸ਼ ਦਾ ਹਾਲ ਅਸੀਂ ਤੁਹਾਡੇ ਤੱਕ ਤਸਵੀਰਾਂ ਦੇ ਜ਼ਰੀਏ ਦਿਖਾ ਦਈਏ। ਤੇ ਵੱਖ-ਵੱਖ ਥਾਵਾਂ ਦਾ ਅਸੀਂ ਤੁਹਾਨੂੰ ਹਾਲ ਦਿਖਾ ਰਹੇ ਹਾਂ। ਜਿਹੜੇ ਪੰਜਾਬ ਤੇ ਹਰਿਆਣਾ ਦੇ ਜ਼ਿਲ੍ਹੇ ਨੇ ਵੱਖ-ਵੱਖ, ਲੁਧਿਆਣਾ, ਜਲੰਧਰ, ਮੋਹਾਲੀ, ਪਟਿਆਲਾ, ਇਹ ਸਾਰੇ ਬਹੁਤ ਪ੍ਰਭਾਵਿਤ ਜ਼ਿਲ੍ਹੇ ਨੇ। ਲਾਕਡਾਊਨ ਦਾ ਅਸਰ ਉੱਥੇ ਨਜ਼ਰ ਆ ਰਿਹਾ ਹੈ। ਤੇ ਉਸ ਤੋਂ ਬਾਅਦ ਗੁਰੂਗ੍ਰਾਮ, ਕਰਨਾਲ, ਸੋਨੀਪਤ, ਸਿਰਸਾ, ਇਹਨਾਂ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਨੇ। ਉੱਥੇ ਵੀ ਜਿਹੜਾ ਅਸਰ ਨਜ਼ਰ ਆ ਰਿਹਾ ਹੈ। ਤੇ ਇੱਕ ਤੁਹਾਨੂੰ ਟੈਲੀ ਵੀ ਨਜ਼ਰ ਆ ਰਹੀ ਹੋਏਗੀ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਸਾਡੀ ਕੋਸ਼ਿਸ਼ ਰਹੇਗੀ ਕਿ ਪੂਰਾ ਦਿਨ ਤੁਹਾਨੂੰ ਜਿਹੜੇ ਇਲੈਕਸ਼ਨਸ ਦੇ ਰਿਜ਼ਲਟ ਨੇ ਇਹ ਵੀ ਇਸੇ ਤਰੀਕੇ ਨਾਲ ਦਿਖਾਉਂਦੇ ਰਹੀਏ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੇ ਰਿਜ਼ਲਟ ਹੈਗੇ ਨੇ ਉਹ ਵੀ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਆਉਂਦੇ ਰਹੇ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਰਾਕੇਸ਼ ਟਿਕੈਤ ਦੀ। ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਉੱਤੇ ਅੰਬਾਲਾ ਦੇ ਵਿੱਚ FIR ਹੋਈ ਹੈ। ਜੀ ਹਾਂ, ਕਿਸਾਨ ਮਹਾਪੰਚਾਇਤ ਕਰਨ ਦੇ ਇਲਜ਼ਾਮ ਨੇ। ਰਾਕੇਸ਼ ਟਿਕੈਤ ਸਣੇ ਕਈ ਲੋਕਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਪੁਲਿਸ ਦੇ ਵੱਲੋਂ। ਕਰੋਨਾ ਕਾਲ ਦੇ ਵਿੱਚ ਕਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਇਲਜ਼ਾਮ ਲੱਗੇ ਨੇ। ਰਾਕੇਸ਼ ਟਿਕੈਤ ਪਲਟਵਾਰ ਸਰਕਾਰ ਦੇ ਉੱਤੇ, ਪ੍ਰਸ਼ਾਸਨ ਦੇ ਉੱਤੇ ਕਰ ਰਹੇ ਨੇ। ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਉੱਤੇ FIR ਦਰਜ ਹੋਈ ਹੈ। ਅੰਬਾਲਾ ਦੇ ਵਿੱਚ ਟਿਕੈਤ ਸਣੇ ਕਈ ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਤੇ ਇਲਜ਼ਾਮ ਨੇ ਬਿਨਾਂ ਇਜਾਜ਼ਤ ਕੰਮ ਕਰਨ ਦੇ। ਰਾਕੇਸ਼ ਟਿਕੈਤ ਤੇ ਇਹਨਾਂ ਲੋਕਾਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਮਾਮਲਾ ਦਰਜ ਹੋਇਆ ਹੈ। ਤੁਹਾਨੂੰ ਦੱਸਦੀ ਕਿ ਟਰੈਕਟਰ ਚਲਾ ਕੇ ਸਟੇਜ ਤੱਕ ਪਹੁੰਚੇ ਸਨ ਰਾਕੇਸ਼ ਟਿਕੈਤ। ਬਾਈਕ ਸਵਾਰ ਨੌਜਵਾਨਾਂ ਦਾ ਕਾਫਲਾ ਟਿਕੈਤ ਨੂੰ ਹਾਈਵੇ ਤੋਂ ਰਿਸੀਵ ਕਰਨ ਦੇ ਲਈ ਪਹੁੰਚਿਆ ਸੀ। ਇੱਕ ਪਾਸੇ ਕਰੋਨਾ ਦੇ ਕੇਸਿਸ ਨੇ, ਦੂਜੇ ਪਾਸੇ ਇਸ ਤਰੀਕੇ ਦੇ ਸਮਾਗਮ ਨੇ। ਖੈਰ, ਕਿਸਾਨਾਂ ਦਾ ਅੰਦੋਲਨ ਦਾ ਜ਼ਿਕਰ ਹੋ ਰਿਹਾ ਹੈ, ਪਰ ਇਸ ਵਿਚਾਲੇ ਰਾਕੇਸ਼ ਟਿਕੈਤ ਨੇ ਪਲਟਵਾਰ ਵੀ ਕੀਤਾ ਤੇ ਰਾਕੇਸ਼ ਟਿਕੈਤ ਕਹਿ ਰਹੇ ਨੇ ਕਿ ਇਹ ਸਭ ਕੁਝ ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ, ਕੋਸ਼ਿਸ਼ ਹੈ ਸਰਕਾਰ ਦੇ ਵੱਲੋਂ। ਇਸ ਕਰਕੇ ਪਰਚੇ ਕੀਤੇ ਜਾ ਰਹੇ ਨੇ। अंबाला तो साढ़े सहयोगी कृष्ण बाली इस समय फोन लाइन पे साढ़े नाल ने। कृष्ण, आपसे जानना चाहेंगे कितना बड़ा ये समागम था, समारोह था जहां पर राकेश टिकैत पहुंचे हुए थे, किन लोगों पर FIR दर्ज हुई है, क्या कुछ पुलिस कह रही है? कृष्ण बाली। हाँ जी, बिल्कुल। अगर पुलिस की हम बात करें तो पुलिस ने जिस समय ये महापंचायत हो रही थी, अंबाला के ही गाँव दुखी में हो रही थी महापंचायत, जिसमें ये खुद ट्रैक्टर चलाकर लेकर आए थे और आगे पीछे मोटरसाइकिल के साथ पूरे काफिले के साथ ये महापंचायत में पहुंचे थे। हालांकि भीड़ का तो पास में अंदाजा नहीं लगा सकते, लेकिन अंबाला में धारा 144 जिस तरह से लगी हुई है उसका साफ तौर पर उल्लंघन यहाँ पर दिखाई दे रहा था। और पूरे स्टेज के ऊपर जिस तरह से इसको कह सकते हैं कि कई जगह पे वो चीज नहीं थी कि मास्क का भी अभाव नजर आ रहा था। तो उसी को लेकर अंबाला पुलिस ने उनके राकेश टिकैत सहित लगभग 14 लोगों को इसके अंदर नामजद की है और उनके खिलाफ मुकदमा दायर कर अगली कार्रवाई शुरू कर दी है। जी, ये जो समारोह था कितने लोग वहां पर पहुंचे थे? क्या बहुत बड़े तादाद में वहां पर संख्या में लोग थे? हाँ बिल्कुल, एक महापंचायत का जिसको नाम दिया गया था जिसमें काफी लोग थे। इसका अंदाजा तो नहीं लगा सकते, लेकिन काफी लोग थे और अपनी सभी किसानों ने भी और राकेश टिकैत ने भी अपनी बात रखी थी और से भी सरकार को भी साथ साथ ललकारा भी था और उनको कहा था कि जब तक आंदोलन ये जारी रहेगा, जब तक उनको ये किसानों की बात को नहीं माना जाता। तो इसमें महापंचायत के नाम के साथ ही राकेश टिकैत के जिस तरह से नाम है और उस हिसाब से पब्लिक पहुंच गई थी, इसलिए पुलिस ने इन पे मामला दर्ज कर 14 लोगों को नामजद कर लिया और जल्द ही अगली कार्रवाई इसमें शुरू की जाएगी। जी शुक्रिया, धन्यवाद ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਕ੍ਰਿਸ਼ਨ, ਤਾਂ ਰਾਕੇਸ਼ ਟਿਕੈਤ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਅੰਬਾਲਾ ਦੇ ਵਿੱਚ। ਤੁਹਾਨੂੰ ਦੱਸ ਦਈਏ ਕਿ ਕਿਸਾਨ ਮਹਾਪੰਚਾਇਤ ਕਰਨ ਦੇ ਇਲਜ਼ਾਮ ਨੇ। ਇੱਕ ਵੱਡੀ ਤਾਦਾਦ ਦੇ ਵਿੱਚ ਉੱਥੇ ਲੋਕਾਂ ਦਾ ਇਕੱਠ ਸੀ। ਕਰੋਨਾ ਦੇ ਕਾਲ ਦੇ ਵਿੱਚ ਲੋਕਾਂ ਨੂੰ ਦਿੱਕਤ ਹੋ ਰਹੀ ਹੈ ਤੇ ਇਸ ਵਿਚਾਲੇ ਪਾਬੰਦੀਆਂ ਬਹੁਤ ਸਾਰੀਆਂ ਲਗਾਈਆਂ ਗਈਆਂ ਨੇ ਤੇ ਰਾਕੇਸ਼ ਟਿਕੈਤ ਸਣੇ ਕਈ ਲੋਕਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ।
ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਅਗਲੀ ਖਬਰ ਵੀ ਕਿਸਾਨਾਂ ਦੇ ਉੱਤੇ ਦਰਜ ਹੋਏ ਮਾਮਲੇ ਦੇ ਨਾਲ ਜੁੜੀ ਹੋਈ ਹੈ। ਖਬਰ ਹੈ ਨੂਰਪੁਰ ਬੇਦੀ ਤੋਂ। ਜੀ ਨੂਰਪੁਰ ਬੇਦੀ ਦੇ ਵਿੱਚ ਵੀ ਕਿਸਾਨਾਂ ਦੇ ਉੱਤੇ ਪਰਚਾ ਹੋਇਆ ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਇਲਜ਼ਾਮ ਨੇ, ਜਿਸ ਕਰਕੇ ਇਹ ਮਾਮਲਾ ਦਰਜ ਕੀਤਾ ਗਿਆ ਹੈ। ਬਿਨਾਂ ਇਜਾਜ਼ਤ ਕਿਸਾਨ ਮਜ਼ਦੂਰ ਏਕਤਾ ਕਾਨਫਰੰਸ ਕੀਤੀ ਗਈ ਤੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਇਕੱਠ ਕੀਤਾ ਗਿਆ ਸੀ। ਪੁਲਿਸ ਨੇ ਰੈਲੀ ਦੇ ਪ੍ਰਬੰਧਕਾਂ ਦੇ ਖਿਲਾਫ FIR ਦਰਜ ਕੀਤੀ ਹੈ। ਇਸ ਪੂਰੇ ਮਾਮਲੇ ਦੇ ਵਿੱਚ ਹਾਲਾਂਕਿ ਕਿਸਾਨ ਸਰਕਾਰ ਪ੍ਰਸ਼ਾਸਨ ਦੇ ਖਿਲਾਫ ਪਲਟਵਾਰ ਕਰ ਰਹੇ ਨੇ, ਪਰ ਦੂਜੇ ਪਾਸੇ ਕਰੋਨਾ ਦੇ ਇਸ ਕਾਲ ਦੇ ਵਿੱਚ ਦਿੱਕਤਾਂ ਦੀ ਭਰਮਾਰ ਜ਼ਰੂਰ ਹੈ ਤੇ ਜਿਹੜੇ ਇਹ ਇਕੱਠ ਕੀਤੇ ਗਏ ਉਸ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ। ਸੈਂਟਰ ਸਰਕਾਰ ਦੇ ਨਾਲ ਰਲੀ ਹੋਈ ਹੈ ਕਿ ਉਹ ਕਰੋਨਾ ਦੇ ਨਾਂ ਦੇ ਉੱਤੇ ਜਿਹੜਾ ਸੰਘਰਸ਼ ਦਿੱਲੀ ਦੇ ਬਾਰਡਰਾਂ ਤੇ ਚੱਲ ਰਿਹਾ 3 ਕਾਨੂੰਨਾਂ ਖਿਲਾਫ, ਉਹਨੂੰ ਹਰ ਹਾਲ ਵਿੱਚ ਦਬਾਉਣਾ ਚਾਹੁੰਦੀ ਹੈ। ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਇਹ ਸੰਘਰਸ਼ ਨੂੰ ਕਦੇ ਵੀ ਪਿੱਛੇ ਨਹੀਂ ਹਟਾਂਗੇ। ਅਸੀਂ ਪਹਿਲਾਂ ਵੀ ਕਿਹਾ ਸੀ ਵੀ ਅਸੀਂ ਇਹਨਾਂ ਪਰਚੀਆਂ ਤੋਂ ਨਹੀਂ ਡਰਦੇ, ਪਰ ਇਹ ਕੈਪਟਨ ਸਰਕਾਰ ਨੇ ਸਾਬਤ ਕਰਤਾ ਵੀ ਉਹ ਮੋਦੀ ਸਰਕਾਰ ਦੇ ਨਾਲ ਰਲੀ ਹੋਈ ਆ। ਉਹ ਕਰੋਨਾ ਦਾ ਬਹਾਨਾ ਲੈ ਕੇ ਇਹ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਆ। ਪਹਿਲਾਂ ਇਹ ਸੰਘਰਸ਼ ਪੰਜਾਬ ਤੋਂ ਉੱਠਿਆ ਸੀ ਤੇ ਹੁਣ ਵੀ ਪੰਜਾਬ ਇਸ ਸੰਘਰਸ਼ ਦੀ ਰੀੜ੍ਹ ਦੀ ਹੱਡੀ ਹੈ। ਹੁਣ ਅੱਗੇ ਵਧਦੇ ਤੇ ਕਰੋਨਾ ਦਾ ਅਸੀਂ ਜ਼ਿਕਰ ਕਰਾਂਗੇ ਤੇ ਇਸ ਵਿਚਾਲੇ ਬਾਬਾ ਰਾਮਦੇਵ ਦਾ ਇੱਕ ਬਿਆਨ ਸਾਹਮਣੇ ਆਇਆ ਤੇ ਉਹ ਅਪੀਲ ਕਰ ਰਹੇ ਨੇ ਕਿ ਕੇਂਦਰ ਦੀ ਸਰਕਾਰ ਤੇ ਸੂਬਿਆਂ ਦੀ ਸਰਕਾਰਾਂ ਮਿਲ ਕੇ ਕੰਮ ਕਰਨ ਕਰੋਨਾ ਦੇ ਖਿਲਾਫ। ਤੇ ਨਾਲ ਹੀ ਉਹਨਾਂ ਦੀ ਟਿੱਪਣੀਆਂ ਦੇ ਉੱਤੇ ਧਿਆਨ ਦੇਣ ਵਾਲੀ ਗੱਲ ਹੈ। ਰਾਮਦੇਵ ਕਹਿ ਰਹੇ ਨੇ ਕਿ ਜੇਕਰ ਕਰੋਨਾ ਦੇ ਖਿਲਾਫ ਹਾਲਾਤ ਨਹੀਂ ਸੁਧਰੇ ਤਾਂ ਫਿਰ ਵਿਵਸਥਾ ਤੋਂ ਭਰੋਸਾ ਉੱਠੇਗਾ। ਕਰੋਨਾ ਤੇ ਕਾਬੂ ਨਹੀਂ ਪਾਇਆ ਗਿਆ ਤਾਂ ਦੇਸ਼ ਦੀ ਵਿਵਸਥਾ ਤੋਂ ਭਰੋਸਾ ਉੱਠੇਗਾ ਲੋਕਾਂ ਦਾ। ਰਾਮਦੇਵ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕਰੋਨਾ ਦਾ ਇਲਾਜ ਬਚਾਅ ਦੇ ਵਿੱਚ ਹੀ ਲੁਕਿਆ ਹੋਇਆ ਹੈ। ਲੋਕ ਕਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ। ਤਾਂ ਬਾਬਾ ਰਾਮਦੇਵ ਤਾਂ ਤੁਹਾਨੂੰ ਦੱਸ ਦਈਏ ਕਿ ਬਾਬਾ ਰਾਮਦੇਵ ਪਹੁੰਚੇ ਹੋਏ ਸਨ ਪਠਾਨਕੋਟ ਦੇ ਵਿੱਚ, ਪੰਜਾਬ ਫੇਰੀ ਦੇ ਉੱਤੇ ਸਨ, ਪਠਾਨਕੋਟ ਪਹੁੰਚੇ ਹੋਏ ਸੀ ਤੇ ਇਸ ਵਿਚਾਲੇ ਉਹ ਗੱਲਬਾਤ ਮੀਡੀਆ ਦੇ ਨਾਲ ਵੀ ਕਰਦੇ ਨਜ਼ਰ ਆ ਰਹੇ ਸੀ, ਕਿਉਂਕਿ ਲਗਾਤਾਰ ਉਹਨਾਂ ਤੋਂ ਸਵਾਲ ਹੁੰਦੇ ਨੇ ਕਰੋਨਾ ਨੂੰ ਲੈ ਕੇ ਵੀ, ਚਾਹੇ ਉਹਨਾਂ ਦੇ ਵੱਲੋਂ ਜੋ ਲਾਂਚ ਕੀਤੀਆਂ ਗਈਆਂ ਦਵਾਈਆਂ ਨੂੰ ਲੈ ਕੇ ਹੋਵੇ ਜਾਂ ਫਿਰ ਸਰਕਾਰ ਨੂੰ ਲੈ ਕੇ ਸਵਾਲ ਹੋਵੇ। ਤਾਂ ਬਾਬਾ ਰਾਮਦੇਵ ਕਹਿ ਰਹੇ ਨੇ ਕਿ ਸੂਬਾ ਸਰਕਾਰ ਤੇ ਕੇਂਦਰ ਦੀ ਸਰਕਾਰ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਜੇਕਰ ਕਰੋਨਾ ਤੇ ਕਾਬੂ ਨਾ ਪਾਇਆ ਗਿਆ ਤਾਂ ਫਿਰ ਦਿੱਕਤ ਹੋ ਸਕਦੀ ਹੈ। मुझे तो लगता है भारत में इस समय पॉलिटिकल सिस्टम में एक सर्वदलीय अप्रोच होनी चाहिए, जिसको कहते हैं एक सर्वदलीय सरकार की तरह लोगों के साथ सरोकार रखते हुए काम होना चाहिए। नहीं तो आने वाले 2 से 3 महीने भारत के लिए बहुत क्रिटिकल है। यदि हमने इस संक्रमण को कंट्रोल नहीं किया तो इसमें परिवार के परिवार तबाह हो सकते हैं, इसमें पूरी इंडस्ट्रियां तबाह हो सकती हैं, इसमें पूरा पॉलिटिकल सिस्टम ध्वस्त हो सकता है और लोगों का भरोसा अपने ही देश की व्यवस्था से उठ सकता है। इतना खतरनाक समय है और इसमें इस तरह की तैयारी नहीं की गई। अब भी तैयारियों में बहुत खामियां हैं और इस सबको मिलजुल करके दूर करने की जरूरत है, बजाय एक दूसरे पर ठेकरा फोड़ने की, जो मैंने पहले कहा।